ਅਸੀਂ ਜਾਗਦੇ ਉਦੋਂ ਆ ਜਦੋਂ ਕੋਈ ਵੱਡਾ ਮਕਾਮ ਸਾਡੇ ਬਿਲਕੁਲ ਨੇੜੇ ਆ ਜਾਂਦਾ। ਮਹੀਨਾ ਪਹਿਲਾਂ ਸਾਨੂੰ ਸੁਰਤ ਆਉਂਦੀ ਹੈ ਵੀ ਆ ਕੀ ਹੋ ਗਿਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਇਹ ਪ੍ਰੇਰਣਾ ਦਾ ਸਰੋਤ ਹੈ। ਨੈਸ਼ਨਲ ਇੰਟੀਗ੍ਰੇਸ਼ਨ ਇੱਥੋਂ ਸ਼ੁਰੂ ਹੋਈ। ਇਟਸ ਪੇਬੈਕ ਟਾਈਮ ਫॉर ਅਸ ਕਿ ਅਸੀਂ ਸ਼ਹੀਦ ਜਿਹੜੇ ਕੌਮ ਦੇ ਸਰਮਾਏ ਨੇ, ਉਹਨਾਂ ਦੀ ਸ਼ਹਾਦਤ, ਉਹਨਾਂ ਦੀ ਗੌਰਵਮਈ ਗਾਥਾ ਨੂੰ ਨੌਜਵਾਨਾਂ ਦੇ ਨਾਲ ਜੋੜੀਏ। ਆਉਣ ਵਾਲੇ ਵਿਰਸੇ ਨੂੰ ਅਸੀਂ, ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਆਪਣਾ ਵਿਰਸਾ ਬੇਟਨ ਵਾਂਗ ਪਾਸ ਔਨ ਕਰੀਏ। ਤੇ ਇਹ ਇਨਸਪੀਰੇਸ਼ਨ ਦਾ ਜਿਹੜਾ ਸਰੋਤ ਹੈ ਇਹ ਹੋਰ ਮਹਾਨਤਾ ਵੱਲ ਵਧੇ। ਇਸ ਜਗ੍ਹਾ ਦੀ ਲੈਂਡਸਕੇਪਿੰਗ, ਇਸ ਜਗ੍ਹਾ ਦੀ ਜਿਹੜੀ ਫੈਸਿਲਿਟੀ ਹੈ ਉਹ 10 ਗੁਣਾ ਜ਼ਿਆਦਾ ਬਿਹਤਰ ਹੋ ਸਕਦੀ ਹੈ। ਔਰ ਮੋਨੂਮੈਂਟ ਨੂੰ ਵੀ ਹੋਰ ਸਵਾਰਿਆ ਜਾ ਸਕਦਾ ਹੈ। ਜਿਹੜੀ ਇਹ ਪੇਵਮੈਂਟ ਅੱਗੇ ਲੀਡ ਕਰਦੀ ਹੈ ਉਹਨੂੰ ਵੀ ਸਵਾਰਿਆ ਜਾ ਸਕਦਾ ਹੈ। ਬਾਹਰ ਤੋਂ ਅੰਦਰ ਤੱਕ ਆਉਣ ਦਾ ਏਰੀਆ ਜਿਹੜਾ ਹੈਗਾ, ਉਹਦੀ ਲਾਈਟਿੰਗ ਜਿਹੜੀ ਹੈ, ਉਹ ਲਾਈਟਿੰਗ ਦਾ ਕਿੰਨਾ ਪ੍ਰਭਾਵ ਪੈਂਦਾ ਸ਼ਾਮ ਨੂੰ, ਰਾਤ ਨੂੰ, ਮੈਂ ਉਸ ਗੱਲ ਦਾ ਪੂਰੀ ਤਰ੍ਹਾਂ ਜਾਣੂ ਹਾਂ। ਔਰ ਨੌਨ ਸਟਾਪ ਇੱਥੇ ਸਾਡੀ ਇਤਿਹਾਸ ਦੀ ਜਿਹੜੀ ਗਾਇਕੀ ਰਾਹੀਂ, if he gives me time, it's already there. If he gives me time, I'm ready to go miles. If the central government comes an inch, we'll go a mile to facilitate this and rising above party lines. Because ਇਹ ਜਿਹੜੇ ਸ਼ਹੀਦ ਨੇ ਇਹ ਸਾਡੀ ਕੌਮ ਦੇ ਸਰਮਾਏ ਨੇ। ਪੰਜਾਬ ਪੰਜਾਬੀਅਤ ਦਾ ਧੁਰਾ ਹੈ, ਨੈਸ਼ਨਲ ਇੰਟੀਗ੍ਰੇਸ਼ਨ ਦਾ ਧੁਰਾ ਹੈ। ਇਹਦੇ 'ਚ ਕੋਈ ਇਹ ਨਹੀਂ ਕਹਿ ਸਕਦਾ ਕਿ ਜੀ ਇਹ ਫਲਾਨੀ ਪਾਰਟੀ ਹੈ ਤੇ ਢਮਕਾਨੀ ਪਾਰਟੀ ਹੈ। No. It is a matter of national integration. It is a matter of pride. It is a matter of the glorification of our history. ਵੇਖੋ ਤੁਹਾਨੂੰ, ਦੇਖੋ ਮੇਰੀ ਗੱਲ ਨੂੰ ਸੁਣੋ ਕਿ ਇੱਕ ਸੈਪਰੇਟ ਚਿੱਠੀ ਅਗਰ ਤੁਸੀਂ ਚਾਹੁੰਦੇ ਹੋ ਇਹ ਵੀ ਲਿਖ ਦਿੱਤੀ ਜਾਏਗੀ। ਲੇਕਿਨ ਜਦੋਂ ਪ੍ਰਾਈਮ ਮਿਨਿਸਟਰ ਨਾਲ ਅਗਰ ਉਹ ਟਾਈਮ ਦੇਣਗੇ, ਮੈਂ ਤਾਂ ਚਾਹੁੰਦਾ ਚੀਫ ਮਿਨਿਸਟਰ ਸਾਹਿਬ ਨਾਲ ਚੱਲਣ ਔਰ ਉੱਥੇ ਇਹ ਬੜੀ ਵਿਸਤਾਰ ਦੇ ਵਿੱਚ ਗੱਲ ਰੱਖੀ ਜਾਵੇ। ਤੇ ਮੈਂ ਆਲਰੇਡੀ ਚੀਫ ਮਿਨਿਸਟਰ ਸਾਹਿਬ ਨੂੰ ਇਹ ਰਿਕੁਐਸਟ ਭੇਜੂੰਗਾ, ਪਰਸਨਲੀ ਗੱਲ ਕਰੂੰਗਾ ਕਿ ਇੱਕ ਕਮੇਟੀ ਦਾ ਗਠਨ ਹੋਵੇ, ਕਿਉਂਕਿ ਹਲੇ 1.25 ਸਾਲ ਪਿਆ ਤੇ ਇਸ ਜਗ੍ਹਾ ਦੇ ਲਈ ਅਗਰ ਤੁਸੀਂ ਦੇਖੋ ਤੇ 4-5 ਚੀਜ਼ਾਂ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਦੇਖੋ ਤੁਸੀਂ ਜਿੰਨੇ ਬੰਦੇ ਇੱਥੇ ਵਿਜ਼ਿਟਰ ਆਉਂਦੇ ਆ, ਕੋਈ ਉਹਨਾਂ ਨੂੰ ਪੀਣ ਵਾਲਾ ਪਾਣੀ ਦੇਣ ਨੂੰ ਇੱਥੇ ਹੈ? ਕੋਈ ਛਾਂ ਵਾਲੀ ਥਾਂ ਹੈ? ਚਲੋ ਅੱਜ ਤੇ ਸਰਦੀ ਹੈ, ਜਦੋਂ ਗਰਮੀ ਹੁੰਦੀ ਹੈ ਤੇ ਇੱਥੋਂ ਭੱਜਣ ਨੂੰ, ਮੱਥਾ ਟੇਕ ਕੇ ਭੱਜਣ ਨੂੰ ਫਿਰਦੇ। ਇੱਥੇ ਲਾਈਟ ਐਂਡ ਸਾਊਂਡ ਸਿਸਟਮ ਹੋਵੇ। ਫਿਲਮਾਂ ਸਭ ਤੋਂ ਵੱਧ ਪ੍ਰੇਰਿਤ ਕਰਦੀਆਂ ਨੇ ਫਿਲਮਾਂ। ਮਨੋਜ ਕੁਮਾਰ ਜੀ ਦੀਆਂ ਫਿਲਮਾਂ ਨੇ ਔਰ ਸ਼ਹਾਦਤ ਦੀਆਂ ਕਿੰਨੀਆਂ ਫਿਲਮਾਂ, ਡਾਕੂਮੈਂਟਰੀਜ਼ ਨੇ। ਉਸ ਟਾਈਮ ਦੀਆਂ ਡਾਕੂਮੈਂਟਰੀਜ਼, ਲਾਲਾ ਲਾਜਪਤ ਰਾਏ ਦੇ ਉੱਤੇ ਲਾਠੀਆਂ ਵੱਜਦੀਆਂ, ਲੋਕਾਂ ਨੂੰ ਪਤਾ ਲੱਗੇ, ਨੌਜਵਾਨ ਪੀੜ੍ਹੀ ਨੂੰ ਇਹ ਪਤਾ ਲੱਗੇ ਕਿ ਭਾਈ ਇਹ ਸਾਨੂੰ ਆਜ਼ਾਦੀ ਕਿਸ ਤਰ੍ਹਾਂ ਮਿਲੀ, ਕਿਉਂ ਮਿਲੀ ਹੈ ਜੀ। ਤੇ ਇਸ ਕਰਕੇ ਜਿੰਨੀ ਵੀ ਗਲੋਰੀਫਿਕੇਸ਼ਨ ਹੋ ਸਕੇ ਇਹ ਸਾਨੂੰ ਕਰਨੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਇੱਥੇ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਇੱਕ ਛੋਟਾ ਆਡੀਟੋਰੀਅਮ ਹੋਣਾ ਚਾਹੀਦਾ, ਚਾਹੇ ਓਪਨ 에ਅਰ ਥੀਏਟਰ ਹੋਵੇ, ਚਾਹੇ ਓਪਨ 에ਅਰ ਥੀਏਟਰ ਹੋਵੇ ਕੋਈ ਚੰਗਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਅਗਰ ਕੋਈ। ਫਿਰ ਇਹਦੀ ਲੈਂਡਸਕੇਪਿੰਗ, ਇਹਦੀ ਜਿਹੜੀ ਪ੍ਰੀਜ਼ਰਵੇਸ਼ਨ ਹੈ ਉਹ ਪੂਰੀ ਕੰਪਲੀਟ ਹੈ। ਉਹਦੇ ਅੱਗੇ ਕੋਈ ਗਲਾਸ ਲੱਗੇ, ਕੁਛ ਮਤਲਬ 1000 ਤਰੀਕੇ ਨੇ। ਇੱਕ ਤੂੰ ਪੁੱਛ ਲੈ ਸਰ। ਦੇਖੋ ਮੈਂ ਕਹਿੰਦਾ ਬਿਲਕੁਲ ਮੈਂ ਇਹਦਾ ਬੀੜਾ ਚੁੱਕਦਾ। ਇੱਥੇ ਜਿਹੜੇ ਤੁਸੀਂ ਅੱਜ ਗੱਲ ਕਹੀ ਹੈ, ਇੱਥੇ ਜਿਹੜੇ ਇਤਿਹਾਸਕਾਰ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਔਰ ਜਿਹੜੇ ਸ਼ਹੀਦ ਹੋਏ, ਅਗਰ ਕੋਈ ਆਥੈਂਟਿਕ ਲਿਸਟ ਹੈ ਤੇ ਮੈਂ ਸਮਝਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਜਦੋਂ 100 ਸਾਲਾ ਮਨਾਇਆ ਜਾਵੇ ਇੱਥੇ ਬੁਲਾਉਣਾ ਚਾਹੀਦਾ ਹੈ। ਇੱਥੇ ਇੱਕ ਪ੍ਰੋਪਰ ਫੰਕਸ਼ਨ ਹੋਣਾ ਚਾਹੀਦਾ ਹੈ। ਤੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਤੇ ਚੀਫ ਮਿਨਿਸਟਰ ਸਾਹਿਬ ਨੂੰ ਇੱਥੇ ਹੋਣਾ ਚਾਹੀਦਾ ਹੈ ਔਰ ਬਹੁਤ ਵੱਡਾ ਸਮਾਗਮ ਹੋਣਾ ਚਾਹੀਦਾ ਜਿਹਦੇ 'ਚ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਅਮਰ ਕੀਤਾ ਜਾਵੇ। ਆਲਰੇਡੀ ਅਮਰ ਨੇ, ਲੇਕਿਨ ਅਗਰ ਨਾਮ ਕਿਤੇ ਚਿਣੇ ਜਾਣ ਜਾਂ ਉਹਨਾਂ ਦੀ ਯਾਦਗਾਰ ਦੇ ਵਿੱਚ ਉਹਨਾਂ ਨਾਮਾਂ ਦੀ ਪੂਰਾ ਇੱਕ ਬੋਰਡ ਹੋਵੇ ਔਰ ਪੂਰੀ ਇੱਕ ਲਿਸਟ ਹੋਵੇ ਤੇ ਉਹਦੇ ਵਿੱਚ ਗਲੋਰੀਫਿਕੇਸ਼ਨ ਸੰਭਵ ਹੈ ਨਾ। ਉਹਨੂੰ ਪੂਰੀ ਤਰ੍ਹਾਂ ਰਿਵਾਈਵ ਕਰਾਂਗੇ। ਜਿਹੜਾ 10 ਕਰੋੜ ਰੁਪਈਆ ਸੀ, ਜਿਹੜਾ ਮੈਂ ਕਹਿ ਰਿਹਾ ਨਾ ਕਿ ਜਿਹੜਾ ਨਾ ਸਿਰਫ ਕਿ ਉਹਨੂੰ ਰਿਵਾਈਵ ਕੀਤਾ ਜਾਏ। ਦੇਖੋ ਅਗਰ ਪ੍ਰਾਈਮ ਮਿਨਿਸਟਰ ਸਾਹਿਬ ਚਾਹਣ ਤੇ 100 ਕਰੋੜ ਰੁਪਈਆ ਕੁਝ ਵੀ ਨਹੀਂ ਹੁੰਦਾ ਏਡੀ ਵੱਡੀ ਮਤਲਬ ਮੋਨੂਮੈਂਟ ਦੇ ਲਈ, ਕੁਝ ਵੀ ਨਹੀਂ ਹੁੰਦਾ। ਅਗਰ ਉਹ ਚਾਹਣ ਕਿ ਸਾਡੀ ਸਰਕਾਰ
ਉਹਨਾਂ ਦੇ ਨਾਲ ਰਲ ਕੇ ਕੰਮ ਕਰਨ ਨੂੰ ਤਿਆਰ ਹੈ ਔਰ ਉਹਨਾਂ ਦੇ ਸਹਿਯੋਗ ਦੇ ਨਾਲ, ਸਾਡੇ ਆਪਦੇ ਸਹਿਯੋਗ ਦੇ ਨਾਲ ਸਮਰਪਿਤ ਹੋ ਕੇ ਅਸੀਂ ਇੱਕ ਐਸੀ ਯਾਦਗਾਰ ਕਾਇਮ ਕਰੀਏ ਜਿੱਥੇ ਲਾਈਟ ਐਂਡ ਸਾਊਂਡ ਸਿਸਟਮ ਤੇ ਬਹੁਤ ਛੋਟੀ ਗੱਲ ਹੈ, ਜਿੱਥੇ ਓਪਨ 에ਅਰ ਥੀਏਟਰ ਹੋਵੇ, ਸ਼ਹਾਦਤ ਦੀਆਂ ਫਿਲਮਾਂ ਹੋਣ, ਡਾਕੂਮੈਂਟਰੀਜ਼ ਜਿਹੜੀਆਂ ਉਸ ਸਮੇਂ ਦੀਆਂ ਹੋਣ, ਚਾਹੇ ਉਹ ਗਾਂਧੀ ਜੀ ਦੀਆਂ ਹੋਣ, ਕਿਸੇ ਦੀਆਂ ਵੀ ਹੋਣ, ਪਾਰਟੀਆਂ ਤੋਂ ਉੱਤੇ ਉੱਠ ਕੇ ਜਿਨ੍ਹਾਂ ਨੇ ਬਲੀਦਾਨ ਕੀਤੇ ਹੈ, ਹਿੰਦੂ, ਸਿੱਖ, ਮੁਸਲਮਾਨ, ਈਸਾਈ। ਵਿਦੇਸ਼ਾਂ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦਿੰਦਾ, ਉਹ ਸਾਡਾ ਕੋਹੇਨੂਰ ਸਾਨੂੰ ਦਿਖਾਉਂਦੇ ਆ ਤੇ 20 ਪਾਉਂਡ ਜੇਬ ਦੇ ਵਿੱਚ ਪਾ ਕੇ ਅੱਧਾ ਸਕਿੰਟ ਖੜਨ ਨਹੀਂ ਦਿੰਦੇ। ਮੇਰੀ ਗੱਲ ਨੂੰ ਸਮਝੋ, ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ, ਇੱਕ ਉੱਥੇ ਯੋਰਕ ਥਾਂ, ਉੱਥੇ ਸੀਜ਼ਰ ਦੀ ਕਰਾਉਨਿੰਗ ਹੋਈ ਸੀ, ਉੱਥੇ ਤੁਹਾਨੂੰ ਬੱਸ 'ਚ ਲਿਜਾਂਦੇ ਆ, ਇੱਕ ਲੌਨ ਹੈ, ਲੌਨ ਦੇ ਵਿੱਚ ਇੱਕ ਚਿੱਟਾ ਪੱਥਰ ਖੜਾ ਛੋਟਾ ਜਿਹਾ, ਹੈ ਜੀ, ਤੇ ਤੁਸੀਂ ਜਾਣਦੇ ਹੋ ਬੜੀਆਂ ਆਸਾਂ ਉਮੀਦਾਂ ਲੈ ਕੇ, ਤੇ ਉੱਥੇ ਜਾ ਕੇ ਤੁਹਾਨੂੰ ਕਹਿੰਦੇ ਦਿਸ ਇਜ਼ ਵੇਅਰ ਸੀਜ਼ਰ ਵਾਸ ਕਰਾਊਨਡ, ਦਿਸ ਇਜ਼ ਯੋਰਕ, ਤੇ 20 ਪਾਉਂਡ ਤੁਹਾਡੇ ਤੋਂ ਲੈ ਲੈਂਦੇ ਆ। ਸਮਝੋ ਮੇਰੀ ਗੱਲ, ਕਿ ਅਖੀਰ ਦੇ ਵਿੱਚ ਇਹ ਦਾਇਤਵ ਸਾਡਾ ਹੈ ਕਿ ਉਹ ਤੇ ਚਲੋ ਇੱਥੇ ਕਲਨੌਰ ਬਾਦਸ਼ਾਹ ਅਕਬਰ ਦੀ ਜਿਹੜੀ ਕੋਰੋਨੇਸ਼ਨ ਹੋਈ ਹੈ, ਸਭ ਤੋਂ ਪਹਿਲੀ ਚੀਜ਼ ਤੇ ਇਹ ਹੈ ਕਿ ਅਸੀਂ ਉਹ ਫੈਸਿਲਿਟੀ ਨੂੰ ਕ੍ਰੀਏਟ ਕਰੀਏ। ਫਿਰ ਟੇਬਲ ਦੇ ਉੱਤੇ ਹਰ ਚੀਜ਼ ਉਹ ਹੁੰਦੀ ਹੈ, ਕਿਸੇ ਵੀ ਚੀਜ਼ ਦੀ ਕੋਈ ਮੇਨਟੇਨੈਂਸ ਤੇ ਹੁੰਦੀ ਹੈ ਨਾ। ਹੁਣ ਵਿਰਾਸਤ-ਏ ਖਾਲਸਾ ਦੀ 13-14 ਕਰੋੜ ਰੁਪਏ ਮੇਨਟੇਨੈਂਸ ਹੈ ਇੱਕ ਸਾਲ ਦੀ, ਚੀਫ ਮਿਨਿਸਟਰ ਸਾਹਿਬ ਦੇ ਰਹੇ ਆ ਨਾ, ਲੇਕਿਨ ਉਹ ਪੈਸਾ ਆਉਣਾ ਕਿੱਥੋਂ ਹੈ? ਹੋ ਸਕਦਾ ਉੱਥੇ ਨਾਲ 60 ਏਕੜ ਥਾਂ ਪਈ ਹੈ, ਉਹਦੇ ਉੱਤੇ ਅਸੀਂ ਕੋਈ ਕੰਮ ਕਰੀਏ। ਹੁਣ ਪੈਸੇ ਕਿਹਦੇ ਲਈ ਮੰਗੇ ਹੈ? ਤੁਸੀਂ ਦੇਖ ਲਓ, ਕੋਈ ਚੀਕਾਂ ਮਾਰੇ, ਕੋਈ ਕੁਛ ਕਹੇ, ਅਸੀਂ ਪੈਸੇ ਮੰਗੇ ਅਨੰਦਪੁਰ ਸਾਹਿਬ ਲਈ, ਫਤਿਹਗੜ੍ਹ ਸਾਹਿਬ ਲਈ, ਚਮਕੌਰ ਸਾਹਿਬ ਲਈ, ਜਲਿਆਂਵਾਲੇ ਬਾਗ ਲਈ, ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਜਿਹੜੀਆਂ ਦੋਨੋਂ ਪੁਨਿਆ ਸਥਲੀਆਂ ਨੇ, ਇੱਕ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਤੇ ਇੱਕ ਜਿੱਥੇ ਉਹਨਾਂ ਦਾ ਪਿੰਡ ਹੈ, ਜਿੱਥੇ ਉਹਨਾਂ ਦਾ ਘਰ ਹੈ, ਖਟਕੜ ਕਲਾਂ, ਕਲਾਨੌਰ ਲਈ। ਅਗਲੀਆਂ ਜਿਹੜੀਆਂ ਨੇ ਉਹ ਪੰਜਾਬ ਦੀ ਜਿਹੜੀ ਵਿਰਾਸਤ ਹੈ, ਜਿੱਥੇ ਉੱਥੇ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀਆਂ ਆਹ ਮੈਰਿਜ ਉਹ ਬਣਾਉਣ ਲਈ, ਡੈਸਟੀਨੇਸ਼ਨਸ ਬਣਾਉਣ ਦੇ ਲਈ, ਮਹਾਰਾਜਾ ਸਰਕਿਟ ਬਣਾਉਣ ਦੇ ਲਈ, ਜਿਹੜੀਆਂ ਸਾਡੀਆਂ ਸਪਿਰਿਚੁਅਲ ਤਖਤ ਨੇ ਉਹਨਾਂ ਦੇ ਨਾਲ ਕਨੈਕਸ਼ਨ ਕਰਨ ਲਈ। ਲੇਕਿਨ ਲੈਂਡਸਕੇਪਿੰਗ ਤੇ ਹੋਵੇ, 4 ਬੰਦੇ ਇੱਥੇ ਬੈਠ ਕੇ ਚਾਹ ਦੀ ਚੁਸਕੀ ਲੈ ਕੇ ਨਜ਼ਾਰਾ ਤੇ ਲੈ ਸਕਣ। ਜੇ ਧੁੱਪ ਹੋਵੇ ਕੜਕਦੀ 45 ਡਿਗਰੀ ਥਾਂ ਹੋਵੇ, ਤੇ ਕੋਈ ਇਹੋ ਜਿਹੀ ਥਾਂ ਤੇ ਹੋਵੇ ਜਿੱਥੇ ਛਾਵੇਂ ਬਹਿ ਕੇ ਉਹ ਆ ਕੇ ਇਸ ਹਿਸਟਰੀ ਨੂੰ ਬਿਲਕੁਲ ਨਹੀਂ, ਹਲੇ ਇਟ ਇਜ਼ ਟੂ ਅਰਲੀ ਟੂ ਸੇ ਦੈਟ, ਬਿਲਕੁਲ ਨਹੀਂ। ਬਟ ਨਹੀਂ, ਦੇਖੋ ਮੇਰੀ ਗੱਲ ਨੂੰ ਸੁਣੋ, ਡਿਮਾਂਡਾਂ ਹਜੇ ਜਿਹੜੀਆਂ ਪ੍ਰਾਇਰਟੀਜ਼ ਨੇ, ਅਸੀਂ ਇੱਕ ਚੀਜ਼ ਹੁੰਦੀ ਹੈ ਪ੍ਰਾਇਰਟੀ ਫਿਕਸ ਕਰਨੀ। ਗੱਲ ਇੱਥੇ ਮੁੱਕਦੀ ਹੈ ਕਿ ਅਗਰ ਸੈਂਟਰ ਦੀ ਸਰਕਾਰ 1 ਇੰਚ ਅੱਗੇ ਆਊਗੀ ਤੇ ਅਸੀਂ 1 ਮੀਲ ਅੱਗੇ ਜਾਵਾਂਗੇ। ਔਰ ਜਦੋਂ ਇਹ ਗੱਲ ਹੁੰਦੀ ਹੈ ਨਾ ਕਿ ਭਾਈ ਸਹਿਯੋਗ ਦੋਨੋਂ ਪਾਸੋਂ, ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ, ਇੱਕ ਖੰਭ ਨਾਲ ਕੋਈ ਪੰਛੀ ਉੱਡਿਆ ਨਹੀਂ। ਇਟ ਟੇਕਸ 2 ਟੂ ਟੈਂਗੋ, 2 ਵਿੰਗਸ ਟੂ ਫਲਾਈ, ਐਂਡ ਹਮੇਸ਼ਾ ਸਹਿਯੋਗ ਦੇ ਨਾਲ ਗੱਲਾਂ ਪੂਰਨੇ ਚੜ੍ਹਦੀਆਂ ਨੇ। ਇਸ ਗੱਲ ਤੋਂ ਅਗਲੀ ਗੱਲ ਇਹ ਹੈ ਕਿ ਜੋ ਚੀਫ ਮਿਨਿਸਟਰ ਸਾਹਿਬ ਨੂੰ ਆਮੰਤਰਿਤ ਕਰਦੇ ਆ ਔਰ ਮੈਂ ਨਾਲ ਜਾਣ ਦਾ ਸੁਭਾਗ ਰੱਖਦਾ, ਤੇ ਅਸੀਂ ਗੱਲ ਨੂੰ ਇਸੇ ਤਰੀਕੇ ਨਾਲ ਰੱਖਾਂਗੇ, ਇੱਕ DPR ਬਣਾ ਕੇ ਉਹਨਾਂ ਨੂੰ ਰੱਖਾਂਗੇ ਜਿੱਥੇ ਨਾਂ ਦਾ ਸਵਾਲ ਹੀ ਕੋਈ ਨਹੀਂ, ਕਿਉਂਕਿ ਇਹ ਕੋਈ ਇਹੋ ਜਿਹੀ ਚੀਜ਼ ਤੇ ਹੈ ਨਹੀਂ ਜਿਹਨੂੰ ਦੇਖ ਕੇ ਕੋਈ ਇਹ ਸੋਚੂਗਾ ਵੀ ਨਾ ਕਰਨ। ਇਹ ਤੇ ਗੱਲ ਆਵਾਜ਼ ਉਠਾਉਣ ਦੀ ਹੈ, ਇੱਕ ਪ੍ਰੋਪਰ ਪ੍ਰੋਸੀਜਰ ਨਾਲ ਸੈਂਟਰ ਦੀ ਸਰਕਾਰ ਤੱਕ ਜਾਣ ਦੀ ਹੈ, ਔਰ ਉਸ ਪ੍ਰੋਸੀਜਰ ਨੂੰ ਅਸੀਂ ਫੋਲੋ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਤੁਹਾਨੂੰ ਅੱਜ ਆਸ਼ਵਾਸਨ ਦੇ ਰਿਹਾ ਕਿ ਇਸੇ ਹਫਤੇ ਤੁਸੀਂ ਮੇਰੀ ਵਿਜ਼ਿਟ ਤਿੰਨੇ ਵਾਟਰਲੈਂਡਸ ਦੇ ਵਿੱਚੋਂ ਇੱਕ ਥਾਂ ਦੇ ਉੱਤੇ ਪਾਓਗੇ। ਆਲਰੇਡੀ ਪਲਾਨਡ ਹੈ, ਮੰਡੇ ਦੀ ਸੀ, ਪਰ ਕਿਉਂਕਿ ਸਾਡੇ ਸੈਕਟਰੀ ਸਾਹਿਬ ਜਿਹੜੇ ਨੇ ਉਹਨਾਂ ਦੀ ਕੋਈ ਕਮਿਟਮੈਂਟ ਸੀ, ਉਹਨਾਂ ਦੀ ਡਾਟਰ ਦਾ ਪਾਸਪੋਰਟ ਦਾ ਕੋਈ ਉਹ ਸੀਗਾ, ਇਸ ਕਰਕੇ ਮੰਡੇ ਤੋਂ ਉਹ 2-3 ਦਿਨ ਅੱਗੇ ਹੋ ਗਈ ਹੈ। ਹੈ ਉਹਦੇ ਸੁਪਨਿਆਂ 'ਚ ਚੱਲੂ, ਤੇ ਉਹ ਰੈਲੀ ਵੀ ਕਰਨ ਜਾ ਰਹੇ ਆ ਮਾਰਸ ਗ੍ਰਹਿ ਦੇ ਉੱਤੇ, ਤੇ ਕੈਲੀਫੋਰਨੀਆ ਬਣਾਉਣਗੇ ਉਹ। ਤੁਹਾਡੀਆਂ 19 ਸੀਟਾਂ ਆਈਆਂ ਪਹਿਲਾਂ 21 ਸੀਟਾਂ 'ਚ, ਠੀਕ ਹੈ। ਲੋਕੀ ਐ ਜਾਂਦੇ ਆ ਹੈ, ਤੇ ਤੁਸੀਂ TC ਤੋਂ ਐ ਆਉਂਦੇ ਹੋ ਥਾਂ ਦੇਣੇ। ਤੁਸੀਂ 21 ਚੋਂ ਪਹਿਲਾਂ ਜਿੱਤੇ, 23 ਚੋਂ ਜਿੱਤੇ 19, ਫਿਰ ਤੁਸੀਂ ਜਿੱਤੇ 14, ਉਹ 'ਚ ਮੇਰੀ ਵਾਈਫ ਵੀ ਲੜੀ, ਠੀਕ ਹੈ ਕਿ ਨਹੀਂ। ਜਿਹੜੀ ਸੀਟ ਉਹਨੇ 8000 ਤੇ ਜਿੱਤੀ, 35 ਤੇ ਹਰੀ ਕਿ ਨਹੀਂ ਹਰੀ ਹੈ ਨਾ। ਇਹ ਜਵਾਬ ਦਿੱਤਾ ਠੀਕ ਨਾਲ ਟਕਾ ਕੇ, ਵਧੀਆ ਜਿੱਤਾ, ਅਜੀ ਸ਼ਾਬਾਸ਼। ਹੁਣ ਤੂੰ ਮੈਨੂੰ ਇੱਕ ਗੱਲ ਦੱਸ, ਤੁਸੀਂ ਪਹਿਲਾਂ 19 ਤੋਂ ਆ ਗਏ ਹੈ, ਉਸ ਤੋਂ ਬਾਅਦ 19 ਤੋਂ ਤੁਸੀਂ 14 ਤੇ ਆ ਗਏ, ਹੁਣ 14 ਤੋਂ ਆ ਕੇ 2 ਤੇ, ਹੁਣ ਜਾਣਾ ਕਿੱਥੇ ਹੈ? ਇਹ ਪੁੱਛੋ ਭਾਈ। ਇਦੋਂ ਟੱਲੇ ਤਾਂ ਠਨ ਪਾਲ ਮਦਨ ਗੋਪਾਲ ਹੀ ਹੈ, ਹੁਣ ਤੁਸੀਂ ਉਧਰ ਜਾਣਾ ਹੈ ਤੇ ਤੁਹਾਡੀ ਮਰਜ਼ੀ ਹੈ। ਪਰ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਜੋ ਤੁਸੀਂ 10 ਸਾਲ 'ਚ ਕੀਤਾ, ਤੁਸੀਂ ਸਾਡਾ ਵਿਵਰਣ 9 ਮਹੀਨਿਆਂ 'ਚ ਲੈਣਾ।
ਇੱਕ ਗੱਲ। ਦੂਜੀ ਗੱਲ ਇਹ ਕਿ ਭਾਈ ਤੁਸੀਂ ਕਿੱਥੇ ਖੜੇ ਹੋ, ਇਹ ਤੁਸੀਂ ਆਤਮ ਚਿੰਤਨ ਕਰੋ ਕਿ ਤੁਹਾਨੂੰ ਲੋਕਾਂ ਨੇ ਇੰਨਾ ਬੁਰੀ ਤਰ੍ਹਾਂ ਨਕਾਰਿਆ ਕਿਉਂ ਹੈ।